ਭਾਗ 10। ਥੱਲੇ ਲੈ ਕੇ ਅਸੀਂ ਫੇਰ ਜਦੋਂ ਗਲੀ ਵਿੱਚ ਆਏ ਤਾਂ ਮੈਂ ਆਪਣੇ ਆਪ ਨੂੰ ਬੜਾ ਫਿਟਕਾਰਿਆ। ਕੀ ਮੂਰਖਾਂ ਵਾਂਗ ਓਪਰੇ ਬੰਦਿਆਂ ਦੇ ਸਾਹਮਣੇ ਰੋਣਾ ਘਰਕਣਾ ਸ਼ੁਰੂ ਕਰ ਦਿੱਤਾ ਮੈਂ। ਕੀ ਪਤਾ ਜਿਸ ਘਰ ਨੂੰ ਵੇਖ ਕੇ ਰੋਇਆ ਸਾਂ ਸੱਚਮੁੱਚ ਆਪਣਾ ਸੀ ਕਿ ਕਿਸੇ ਹੋਰ ਦਾ। ਕੀ ਪਤਾ ਭੁਲੇਖਾ ਹੀ ਲੱਗਿਆ ਹੋਵੇ। ਪਰ ਸਿਕੰਦਰ ਨੇ ਅਗੇਰੇ ਹੋ ਕੇ ਮਕਾਨ ਦੀ ਹੁਣ ਤੀਕ ਸੂਹ ਕੱਢ ਲਈ ਸੀ। ਬਾਹਰਲਾ ਹਿੱਸਾ ਮੈਂ ਪਛਾਣ ਨਹੀਂ ਸੀ ਸਕਿਆ ਕਿਉਂਕਿ ਟਿੱਬੇ ਵਾਲੀ ਥਾਂ ਉੱਤੇ ਇੱਕ ਹੋਰ ਮਕਾਨ ਬਣ ਗਿਆ ਸੀ। ਪਰ ਅੰਦਰ ਜਾ ਕੇ ਮੇਰੇ ਸਾਰੇ ਸੰਸ਼ੇ ਦੂਰ ਹੋ ਗਏ। ਉਹ ਹਨੇਰੀ ਘੁੱਪ ਡਿਊਢੀ ਜਿੱਥੇ ਸਾਡੀ ਗਾਂ ਬੰਨੀ ਦੀ ਸੀ ਹੁਣ ਉਸ ਕਿੱਲੇ ਨਾਲ ਇੱਕ ਪਿਆਰੀ ਜਿਹੀ ਚਿੱਟੀ ਵੱਛੀ ਬੱਝੀ ਹੋਈ ਸੀ। ਅੰਦਰਲੇ ਵਿਹੜੇ ਵਿੱਚ ਲੱਕੜ ਦੀ ਮਿਹਰਾਬਾਂ ਵਾਲਾ ਇੱਕ ਬਰਾਂਡਾ ਸੀ ਜਿੱਥੇ ਮੇਰਾ ਨਿੱਕਾ ਭਰਾ ਭੀਸ਼ਮ ਖੱਡੀ ਲਾਹਣ ਦੀ ਖੇਡ ਕਰਦਾ ਹੁੰਦਾ ਸੀ। ਭਾਵੇਂ ਪੌਲੀਆਂ ਦੀਆਂ ਖੱਡੀਆਂ ਵਾਂਗ ਉਹ ਖੇਸ ਨਹੀਂ ਸੀ ਬੁਣਦੀ ਪਰ ਫਿਰ ਵੀ ਸਾਨੂੰ ਉਹ ਬਿਲਕੁਲ ਅਸਲੀ ਜਾਪਦੀ ਸੀ। ਕਦੇ ਕਦੇ ਮੈਂ ਵੀ ਉਸ ਉੱਪਰ ਬਹਿ ਕੇ ਪੈਰ ਹਿਲਾਉਂਦਾ ਅਤੇ ਰੱਸੀ ਖਿੱਚ ਖਿੱਚ ਕੇ ਨਲੀ ਨੂੰ ਖੱਬਿਓਂ ਸੱਜੇ ਤੇ ਸੱਜਿਓਂ ਖੱਬੇ ਚਲਾਉਂਦਾ ਸਾਂ। ਡਿਊਢੀ ਦੇ ਨਾਲ ਲੱਗਦੀ ਇੱਕ ਤੰਗ ਜਿਹੀ ਕੋਠੀ ਸੀ ਜਿਸ ਵਿੱਚ ਇੱਕ ਮੁਸਲਮਾਨ ਪਟਵਾਰੀ ਰਹਿੰਦਾ ਹੁੰਦਾ ਸੀ। ਪਿਤਾ ਜੀ ਉਸ ਤੋਂ ਕਿਰਾਇਆ ਨਹੀਂ ਸਨ ਲੈਂਦੇ ਕਿਉਂਕਿ ਸਾਡੀ ਗੈਰ ਹਾਜ਼ਰੀ ਵਿੱਚ ਉਹ ਘਰ ਦੀ ਦੇਖਭਾਲ ਕਰਦਾ ਸੀ। ਤ੍ਰਿਕਾਲਾਂ ਵੇਲੇ ਇੱਕ ਕੁੱਪੀ ਦੀ ਨਾ ਹੋਣ ਵਰਗੀ ਲੋਹ ਵਿੱਚ ਚਾਦਰ ਵਲੇਟ ਕੇ ਬੈਠੇ ਅਤੇ ਹੁੱਕੇ ਦਾ ਸੁੱਖ ਮੰਨਦੇ ਪਟਵਾਰੀ ਨੂੰ ਮੈਂ ਬੜੇ ਊਟ ਪਟਾਂਗ ਗੁਪਾਸ਼ਟਕ ਸੁਣਾਉਂਦਾ ਹੁੰਦਾ ਅਤੇ ਹੈਰਾਨੀ ਦੀ ਗੱਲ ਕਿ ਉਹ ਬੜੇ ਹੀ ਤੁਹਮਤ ਯਕੀਨ ਨਾਲ ਸੁਣਦਾ। ਮੈਂ ਉਸ ਨੂੰ ਦੱਸਦਾ ਕਿਵੇਂ ਸਾਡੇ ਪਿੰਡੀ ਵਾਲੇ ਘਰ ਦੇ ਸਾਹਮਣੇ ਇੱਕ ਲੱਕੜੀਆਂ ਦੇ ਟਾਲ ਵਿੱਚ ਮੈਂ ਤੇ ਮੇਰੇ ਦੋਸਤਾਂ ਨੇ ਇੱਕ ਕਿਲ੍ਹਾ ਬਣਾਇਆ ਹੋਇਆ ਹੈ। ਲੱਕੜਾਂ ਦੇ ਢੇਰਾਂ ਵਿੱਚ ਆਉਣ ਜਾਣ ਦੇ ਖੁਫੀਆ ਰਸਤੇ ਹਨ ਜੋ ਸਾਡੇ ਸਿਵਾ ਹੋਰ ਕਿਸੇ ਨੂੰ ਮਾਲੂਮ ਨਹੀਂ। ਕਿਲ੍ਹੇ ਵਿੱਚ ਹਰ ਤਰ੍ਹਾਂ ਦਾ ਅਸਲਾ ਮੌਜੂਦ ਹੈ। ਬੰਦੂਕਾਂ, ਬੰਬ, ਮਸ਼ੀਨ ਗੰਨਾਂ ਵੀ ਅਸੀਂ ਆਪੋ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਹਨ। ਨਾਲੇ ਲਈ ਦੇ ਕੰਢਿਓਂ ਅਸੀਂ ਲੰਮੀਆਂ ਲੰਮੀਆਂ ਨੜੀਆਂ ਤੋੜ ਕੇ ਉਹਨਾਂ ਨੂੰ ਅੰਦਰੋਂ ਖੁਰਚ ਕੇ ਸਾਫ਼ ਕਰ ਲੈਂਦੇ ਹਾਂ। ਇਸ ਤਰ੍ਹਾਂ ਮਸ਼ੀਨ ਗਨ ਲਈ ਨਾਲੀਆਂ ਤਿਆਰ ਹੋ ਜਾਂਦੀਆਂ ਹਨ। ਫਿਰ ਬਹੁਤ ਸਾਰੀਆਂ ਨਾਲੀਆਂ ਨੂੰ ਰੱਸੀ ਨਾਲ ਬੰਨ੍ਹ ਕੇ ਅਸੀਂ ਇੱਕ ਸੂਰਜਮੁਖੀ ਸ਼ਕਲ ਦਾ ਚੱਕਰ ਬਣਾ ਲੈਂਦੇ ਹਾਂ। ਉਹਦੇ ਅੰਦਰਵਾਰ ਇੱਕ ਹੋਰ ਛੋਟਾ ਜਿਹਾ ਫਿਰਤੂ ਚੱਕਰ ਬਣਾਉਣਾ ਪੈਂਦਾ ਹੈ ਜਿਹਨੂੰ ਘੁਮਾਉਣ ਨਾਲ ਕਾਨੇ ਦੀ ਗਰੀ ਦੀਆਂ ਬਣੀਆਂ ਹੋਈਆਂ ਗੋਲੀਆਂ ਨਿੱਕੇ ਚੱਕਰ ਦੀ ਮੈਗਜ਼ੀਨ ਵਿੱਚੋਂ ਛੁੱਟ ਕੇ ਵੱਡੇ ਚੱਕਰ ਦੀਆਂ ਨਾਲੀਆਂ ਰਾਹੀਂ ਫਾਇਰ ਕਰਨ ਲੱਗ ਜਾਂਦੀਆਂ ਹਨ। ਪਹਿਲੀ ਵੱਡੀ ਲਾਮ ਦੇ ਖਾਤਮੇ ਦਾ ਜ਼ਮਾਨਾ ਸੀ ਇਹ ਅਤੇ ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦਾ। ਪਿੰਡੀ ਵਿੱਚ ਘਰ ਘਰ ਮਸ਼ੀਨ ਗੰਨਾਂ ਅਤੇ ਗੋਲੀਆਂ ਦੀ ਚਰਚਾ ਹੁੰਦੀ ਸੀ। ਇੱਕ ਰਾਤ ਜਦੋਂ ਮੈਂ ਤੇ ਮੇਰਾ ਛੋਟਾ ਵੀਰ ਇੱਕੋ ਮੰਜੇ 'ਤੇ ਜਾਗੋ ਮਿੱਟੀ ਦੀ ਹਾਲਤ ਵਿੱਚ ਲੇਟੇ ਹੋਏ ਸਾਂ, ਅਸਾਂ ਸੁਣਿਆ ਮਾਤਾ ਜੀ ਪਿਤਾ ਜੀ ਨੂੰ ਦਬੀ ਆਵਾਜ਼ ਵਿੱਚ ਕਹਿ ਰਹੇ ਸਨ, ਪੁਲਿਸ ਕੋਠੇ ਉੱਤੇ ਚੜ੍ਹ ਗਈ। ਉਸ ਆਪਣੀ ਛਾਤੀ ਨੰਗੀ ਕਰਕੇ ਆਖਿਆ, ਮੈਨੂੰ ਗੋਲੀ ਮਾਰ ਦਿਓ ਪਰ ਮੇਰੇ ਬੱਚਿਆਂ ਨੂੰ ਕੁਝ ਨਾ ਆਖਿਓ। ਅਸੀਂ ਦੋਵੇਂ ਭਰਾ ਸਹਿਮ ਕੇ ਇੱਕ ਦੂਜੇ ਨਾਲ ਲਿਪਟ ਗਏ ਸਾਂ। ਇੱਕ ਵਾਰੀ ਸਾਡੇ ਸ਼ਾਸ਼ੀ ਮਹੱਲੇ ਵਿੱਚੋਂ ਪੁਲਿਸ ਤੇ ਫੌਜ ਦੀ ਭਾਰੀ ਪਲਟਨ ਨੇ ਮਾਰਚ ਕੀਤਾ ਸੀ ਅਤੇ ਅਣਗਿਣਤ ਬੰਦਿਆਂ ਨੂੰ ਹੱਥਕੜੀਆਂ ਲਾ ਕੇ ਲੈ ਗਏ ਸਨ। ਜਿਨ੍ਹਾਂ ਦੀਆਂ ਜੰਜੀਰਾਂ ਦਾ ਖੜਾਕ ਮੈਨੂੰ ਅਜੇ ਤੱਕ ਨਹੀਂ ਭੁੱਲਿਆ। ਇੱਕ ਦਾੜੀ ਵਾਲਾ ਗੋਰਾ ਤੇ ਹਸੀਨ ਗੱਭਰੂ ਜਿਸ ਦਾ ਨਾਂ ਹੁਸੈਨਾ ਸੀ ਅਤੇ ਜਿਸ ਦੀ ਡੇਅਰੀ ਤੋਂ ਸਾਡੇ ਘਰ ਦੁੱਧ ਆਉਂਦਾ ਹੁੰਦਾ ਸੀ, ਅੱਗੇ ਵੱਧ ਕੇ ਸਾਡੇ ਥੜੇ ਕੋਲ ਆ ਗਿਆ ਤੇ ਪਿਤਾ ਜੀ ਨੂੰ ਕਹਿਣ ਲੱਗਾ, ਲਓ ਬਾਬੂ ਜੀ, ਆਖਰੀ ਸਲਾਮ। ਉਹਨੇ ਖੱਦਰ ਦਾ ਲੰਮਾ ਕੁੜਤਾ ਤੇ ਸਲਵਾਰ ਪਾਈ ਹੋਈ ਸੀ ਅਤੇ ਖੱਦਰ ਦੀ ਹੀ ਚਿੱਟੀ ਪੱਗ ਸੀ ਉਸ ਦੇ ਸਿਰ ਉੱਤੇ। ਸਕੂਲਾਂ ਵਿੱਚ ਮੁੰਡਿਆਂ ਨੂੰ ਗੋਲ ਸੁਨਹਿਰੀ ਤੇ ਚਾਂਦੀ ਦੇ ਤਮਗੇ ਦਿੱਤੇ ਜਾਂਦੇ ਸਨ। ਇਹਨਾਂ ਦੇ ਇੱਕ ਪਾਸੇ ਬਾਦਸ਼ਾਹ ਦੀ ਅਤੇ ਦੂਜੇ ਪਾਸੇ ਇੱਕ ਗੋਰੇ ਤੇ ਇੱਕ ਦੇਸੀ ਸਿਪਾਹੀ ਦੇ ਬਗਲਗੀਰ ਹੋਣ ਦੀ ਤਸਵੀਰ ਹੁੰਦੀ ਸੀ। ਸਾਨੂੰ ਠੀਕ ਪਤਾ ਨਹੀਂ ਸੀ ਇਹ ਜੱਫੀ ਪਾ ਰਹੇ ਸਨ ਜਾਂ ਕੁਸ਼ਤੀ ਕਰ ਰਹੇ ਹਨ। ਕਦੇ ਬੜੇ ਚਾਅ ਨਾਲ ਅਸੀਂ ਇਹਨਾਂ ਤਮਗਿਆਂ ਨੂੰ ਕੋਟ ਦੇ ਕਾਲਰ ਨਾਲ ਟੁੰਗ ਲੈਂਦੇ ਅਤੇ ਕਦੇ ਉਸੇ ਚਾਅ ਨਾਲ ਕਿਸੇ ਵਡੇਰੇ ਦੇ ਆਖਣ ਉੱਤੇ ਉਹਨਾਂ ਉੱਪਰ ਥੁੱਕ ਛੱਡਦੇ, ਕੁੱਤੀਆਂ ਵਿੱਚ ਦੱਬ ਕੇ ਉਹਨਾਂ ਉੱਪਰ ਪਿਸ਼ਾਬ ਕਰਦੇ, ਵੱਟਿਆਂ ਨਾਲ ਉਹਨਾਂ ਨੂੰ ਚਿੱਥਦੇ। ਪਿਤਾ ਜੀ ਨੂੰ ਮਿਲਣ ਲਈ ਇੱਕ ਬਾਂਕੀਆਂ ਮੁੱਛਾਂ ਵਾਲੇ ਵਪਾਰੀ ਆਉਂਦੇ ਹੁੰਦੇ ਸਨ ਜਿਨ੍ਹਾਂ ਦੇ ਪਹਿਰਾਵੇ ਦਾ ਸੁਹੱਪਣ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਉਹ ਆਪਣੀ ਜੇਬ ਵਿੱਚੋਂ ਇੱਕ ਰਬੜ ਦੀ ਨਲੀ ਕੱਢਦੇ ਜਿਸ ਵਿੱਚ ਇਹਨਾਂ ਤਮਗਿਆਂ ਵਾਂਗਰ ਦੀਆਂ ਹੋਰ ਨਿੱਕੀਆਂ ਨਿੱਕੀਆਂ ਸੋਨੇ ਦੀਆਂ ਅਸ਼ਰਫੀਆਂ ਹੁੰਦੀਆਂ। ਇਹ ਸਾਰੀਆਂ ਦੁਖਾਵੀਆਂ ਤੇ ਸੁਖਾਵੀਆਂ ਘਟਨਾਵਾਂ ਅਸਾਂ ਬੱਚਿਆਂ ਲਈ ਖੇਡ ਦਾ ਮਸਾਲਾ ਬਣ ਜਾਂਦੀਆਂ ਸਨ।
ਲੱਕੜੀ ਦਾ ਟਾਲ ਸੱਚਮੁੱਚ ਸਾਡੀਆਂ ਨਜ਼ਰਾਂ ਵਿੱਚ ਇੱਕ ਕਿਲ੍ਹਾ ਸੀ ਅਤੇ ਅਸੀਂ ਹੈਰਾਨ ਸਾਂ ਕਿਉਂ ਇਹਦੇ ਮਾਲਕ ਬਖਸ਼ੀ ਸਾਹਿਬ ਸਾਨੂੰ ਦਾਤ ਦੇਣ ਦੀ ਥਾਂ ਗਾਲਾਂ ਕੱਢਦੇ ਸਨ। ਮੋਰਚੇ ਵੱਧ ਜਾਣ ਉੱਤੇ ਭਾਵੇਂ ਮਾਰਦੇ ਇੱਕ ਦੂਜੇ ਨੂੰ ਵੱਟੇ ਹੀ ਸਾਂ, ਪਰ ਦਿਮਾਗ ਵਿੱਚ ਤਸੱਵਰ ਬੰਦੂਕਾਂ ਤੇ ਮਸ਼ੀਨ ਗੰਨਾਂ ਦਾ ਹੁੰਦਾ ਸੀ। ਬੱਚਿਆਂ ਦੀ ਕਲਪਨਾ ਬੜੀ ਤੀਬਰ ਹੁੰਦੀ ਹੈ ਅਤੇ ਇਸੇ ਰਾਹੀਂ ਭਵਿੱਖ ਵਿੱਚ ਉਹਨਾਂ ਦਾ ਕਿਰਦਾਰ ਬਣਦਾ ਹੈ, ਪਰ ਮਾਂ-ਬਾਪ ਦੀ ਲਾਡ ਭਰੀ ਅਣਗਹਿਲੀ ਅਕਸਰ ਇਹਨੂੰ ਠਾਰ ਛੱਡਦੀ ਹੈ। ਸ਼ਾਇਦ ਇਸੇ ਕਰਕੇ ਬੱਚੇ ਬੜੇ ਸ਼ੌਕ ਨਾਲ ਨੌਕਰਾਂ ਦੇ ਕੁਆਟਰਾਂ ਦੀ ਸ਼ਰਨ ਲੈਂਦੇ ਹਨ। ਉੱਥੇ ਉਹਨਾਂ ਨੂੰ ਮਾਣ ਵੀ ਮਿਲਦਾ ਹੈ ਅਤੇ ਆਜ਼ਾਦੀ ਵੀ। ਮਨੁੱਖ ਦੇ ਹਰ ਕੰਮ ਪਿੱਛੇ ਕਲਪਨਾ ਦਾ ਹੱਥ ਹੈ। ਪਹਿਲਾਂ ਕਲਪਨਾ ਸ਼ੌਕ ਜਗਾਉਂਦੀ ਹੈ, ਫਿਰ ਹੱਥ ਪੈਰ ਕਰਮਸ਼ੀਲ ਹੁੰਦੇ ਹਨ। ਇਸੇ ਕਾਰਨ ਕਿਸੇ ਦੇ ਜਿਉਂਦੇ ਸੁਪਨਿਆਂ ਨੂੰ ਠੋਕਰ ਮਾਰਨਾ, ਭਾਵੇਂ ਉਹ ਇਆਣੇ ਹੀ ਕਿਉਂ ਨਾ ਹੋਣ, ਉਹਦੇ ਸ਼ੌਕ ਅਤੇ ਕਰਮ ਨੂੰ ਨਿਰਬਲ ਕਰਨਾ ਹੈ। ਮੈਂ ਹਮੇਸ਼ਾ ਉਸ ਪਟਵਾਰੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਯਾਦ ਕਰਦਾ ਹਾਂ। ਉਹਦੇ ਕੋਲ ਬਹਿ ਕੇ ਗੱਪਾਂ ਮਾਰਨ ਦਾ ਅਪੂਰਬ ਸੁੱਖ ਮੈਨੂੰ ਕਦੇ ਨਹੀਂ ਭੁੱਲ ਸਕਦਾ। ਮਕਾਨ ਦੀ ਇਸ ਹੇਠਲੀ ਮੰਜ਼ਲ ਦੇ ਪਿਛਵਾੜੇ ਇੱਕ ਸੁਫਾ ਸੀ। ਇਹਨੂੰ ਸਾਡਾ ਪਰਿਵਾਰ ਕੇਵਲ ਉਦੋਂ ਵਰਤਦਾ ਸੀ ਜਦੋਂ ਕੋਈ ਡਾਕਾ ਡੂਕਾ ਪੈਣ ਦੀ ਅਫਵਾਹ ਉੱਠਦੀ। ਇਸ ਵਿੱਚ ਨਾ ਕੋਈ ਬਾਰੀ, ਨਾ ਰੋਸ਼ਨਦਾਨ। ਫਰਸ਼ ਵੀ ਕੱਚਾ ਸੀ, ਜਿਸ ਕਾਰਨ ਸੱਪ ਠੂੰਹੇ ਦਾ ਵੀ ਡਰ ਰਹਿੰਦਾ ਸੀ। ਇਸ ਵੇਲੇ ਇਸ ਦੇ ਬੂਹੇ ਉੱਤੇ ਤਾਲਾ ਵੱਜਿਆ ਹੋਇਆ ਸੀ, ਜਿਸ ਨੂੰ ਖੁਲਾਉਣ ਦੀ ਮੈਨੂੰ ਕੋਈ ਖਾਹਿਸ਼ ਨਹੀਂ ਹੋਈ। ਫਿਰ ਪੌੜੀਆਂ ਉੱਤੇ ਪੈਰ ਧਰਦਾ ਮੈਂ ਉੱਪਰ ਵਾਲੇ ਕੋਠੇ ਉੱਤੇ ਜਾ ਚੜ੍ਹਿਆ, ਜਿੱਥੇ ਸਾਡੇ ਪਰਿਵਾਰ ਦਾ ਵਧੇਰੇ ਰਹਿਣ ਸਹਿਣ ਹੁੰਦਾ ਸੀ। ਮੋਕਲੀ ਫਿਜ਼ਾ ਵਿੱਚ ਭੁੱਲੀਆਂ ਵਿਸਰੀਆਂ ਨਿਸ਼ਾਨੀਆਂ ਚੌ ਪਾਸਿਓਂ ਜਿਵੇਂ ਉਛਲ ਕੇ ਮੇਰੇ ਵੱਲ ਆਉਣ ਲੱਗ ਪਈਆਂ। ਗਵਾਂਢੀ ਕੰਧਾਂ, ਜਿਨ੍ਹਾਂ ਦੀਆਂ ਖੁੰਦਰਾਂ ਵਿੱਚ ਤੋਤਿਆਂ ਤੇ ਕਬੂਤਰਾਂ ਦੇ ਅਸੰਖ ਆਲ੍ਹਣੇ ਸਨ, ਉਹ ਗੇਲੀਆਂ ਵਾਲਾ ਮੈਦਾਨ ਜਿੱਥੇ ਡੋਡੇ ਤੇ ਬੰਟੇ ਖੇਡਦੇ ਹੁੰਦੇ ਸਾਂ, ਉਹ ਵਿਹੜਾ ਜਿੱਥੇ ਸਿਆਲੇ ਦੀ ਮਿੱਠੀ ਧੁੱਪ ਵਿੱਚ ਮਾਂ ਸਾਡੇ ਸਿਰ ਧੋਂਦੀ ਤੇ ਮਨ ਮੈਲਾ ਕੱਢਦੀ ਹੁੰਦੀ ਸੀ। ਜਿਸ ਕਮਰੇ ਨੂੰ ਮੈਂ ਦੂਜੇ ਘਰੋਂ ਸਿਆਣਿਆ ਸੀ, ਇੱਕ ਬੰਦੇ ਨੇ ਅੱਗੇ ਵੱਧ ਕੇ ਖੋਲ੍ਹ ਦਿੱਤਾ। ਮੈਂ ਵੇਖਿਆ ਕਿ ਇਹਦਾ ਫਰਸ਼ ਪੂਰੇ ਦਾ ਪੂਰਾ ਢਹਿ ਚੁੱਕਿਆ ਹੈ। ਹੇਠਲਾ ਸੁਫਾ ਤੇ ਇਹ ਕਮਰਾ ਮਿਲ ਕੇ ਕਿਸੇ ਧਾਰਮਿਕ ਸੰਸਥਾ ਦਾ ਹਾਲ ਕਮਰਾ ਜਿਹਾ ਦਿਸ ਰਹੇ ਹਨ, ਪਰ ਨਾਲ ਦੀ ਰਸੋਈ ਸਲਾਮਤ ਸੀ ਅਤੇ ਉਸ ਦੀ ਅੰਗੀਠੀ ਉੱਪਰ ਭਾਂਡੇ ਠੀਕ ਉਸੇ ਤਰ੍ਹਾਂ ਪਏ ਹੋਏ ਸਨ ਜਿਵੇਂ ਮੈਂ ਨਿੱਕੇ ਹੁੰਦਿਆਂ ਵੇਖਦਾ ਹੁੰਦਾ ਸਾਂ। ਇੰਜ ਲੱਗਦਾ ਸੀ ਜਿਵੇਂ ਸਾਡੇ ਹੀ ਭਾਂਡੇ ਉਵੇਂ ਆਪਣੀ ਥਾਂ ਪਏ ਹੋਣ, ਪਰ ਮੇਰੀ ਪੁੱਛਣ ਦੀ ਹਿੰਮਤ ਨਹੀਂ ਹੋਈ। ਫਿਰ ਦਗੜ ਕਰਦਾ ਮੈਂ ਧੁਰ ਕੋਠੇ ਜਾ ਚੜ੍ਹਿਆ। ਹੇਠੋਂ ਕਿਸੇ ਨੇ ਆਵਾਜ਼ ਦਿੱਤੀ, ਛੱਤ ਬੜੀ ਕੱਚੀ ਜੇ, ਸੋਚ ਸਮਝ ਕੇ ਪੈਰ ਧਰਿਓ। ਸੱਚਮੁੱਚ ਕਿਤਨੀ ਗਈ ਗੁਜ਼ਰੀ ਹਾਲਤ ਹੋ ਚੁੱਕੀ ਸੀ ਮਕਾਨ ਦੀ, ਜਿਵੇਂ ਉਹ ਡਿੱਗਣ ਤੋਂ ਪਹਿਲਾਂ ਉਡੀਕ ਰਿਹਾ ਸੀ ਕਿ ਸਾਡੇ ਵਿੱਚੋਂ ਕੋਈ ਅੰਤਮ ਵਾਰ ਆ ਕੇ ਉਹਨੂੰ ਵੇਖ ਲਵੇ। ਪੈਰ ਧਰਦਿਆਂ ਛੱਤ ਚੱਪਾ ਲਿਫ ਜਾਂਦੀ ਸੀ। ਬੜੀ ਇਹਤਿਆਤ ਨਾਲ ਸਿਕੰਦਰ ਤੇ ਮੈਂ ਕੋਠੇ ਦੀ ਪ੍ਰਦੱਖਣਾ ਕੀਤੀ। ਬਨੇਰਿਆਂ ਦੀ ਵਲਗਣ ਵਿੱਚ ਇੱਕ ਅਤਿ ਸੌੜਾ ਚਬੂਤਰਾ ਸੀ, ਜੋ ਘਰ ਦੇ ਸਾਰੇ ਬੱਚਿਆਂ ਨੂੰ ਆਪਣੀਆਂ ਖੇਡਾਂ ਲਈ ਬੇਹੱਦ ਪਿਆਰਾ ਸੀ। ਇੱਥੇ ਮੇਰੀ ਨਿੱਕੀ ਭੈਣ ਆਪਣੀਆਂ ਸਹੇਲੀਆਂ ਨਾਲ ਗੁੱਡੀ ਗੁੱਡੇ ਦਾ ਵਿਆਹ ਰਚਾਉਂਦੀ ਹੁੰਦੀ ਸੀ। ਮੈਂ ਆਪ ਉਸ ਦੇ ਇਕਾਂਤ ਸੁੱਖ ਨੂੰ ਕਈ ਘੰਟੇ ਬਹਿ ਕੇ ਮਾਣਦਾ ਰਹਿੰਦਾ। ਘਰ ਦਾ ਇਹ ਕੋਨਾ ਕਦੇ ਬੰਬਈ ਬੈਠਿਆਂ ਵੀ ਮੇਰੀ ਯਾਦ ਵਿੱਚ ਝੌਲਾ ਮਾਰ ਜਾਂਦਾ ਸੀ। ਇੱਥੋਂ ਉਫਕ ਅਤੇ ਖਿਓੜੇ ਦੀ ਮਨੋਰਮ ਪਰਬਤ ਮਾਲਾ ਵੀ ਦਿਸਦੀ ਸੀ। ਇਹ ਮੈਨੂੰ ਉੱਕੀ ਵਿਸਰ ਚੁੱਕੀ ਸੀ। ਅੱਜ ਫੇਰ ਇਹਨੂੰ ਵੇਖ ਕੇ ਜਿਵੇਂ ਆਪਣੇ ਜੀਵਨ ਰਹੱਸ ਦੀ ਕੋਈ ਪੂਰਤੀ ਜਿਹੀ ਹੁੰਦੀ ਜਾਪੀ। ਜਦੋਂ ਪਹਿਲੀ ਵਾਰ ਮੈਂ ਲਾਹੌਰ ਗਿਆ ਸਾਂ ਤਾਂ ਉਫਕ ਉੱਤੇ ਪਹਾੜਾਂ ਦੀ ਅਣਹੋਂਦ ਨੇ ਮੈਨੂੰ ਚਕਿਰਤ ਤੇ ਦੁਖੀ ਕੀਤਾ ਸੀ। ਮੈਨੂੰ ਇੰਜ ਭਾਸਿਆ ਸੀ ਜਿਵੇਂ ਕੁਦਰਤ ਦੇ ਕਿਸੇ ਅਟੱਲ ਨੇਮ ਦੀ ਉਲੰਘਣਾ ਹੋ ਗਈ ਹੋਵੇ। ਇਸ ਦਾ ਕਾਰਨ ਅੱਜ ਹੋਰ ਵੀ ਸਪਸ਼ਟ ਹੋ ਕੇ ਸਾਹਮਣੇ ਆ ਗਿਆ। ਆਪਣੀ ਬਾਲਵਰੇਸ ਦੇ ਦੋਵਾਂ ਸ਼ਹਿਰਾਂ ਪਿੰਡੀ ਅਤੇ ਭੇਰੇ ਵਿੱਚ ਮੇਰੀਆਂ ਅੱਖਾਂ ਨਿੱਤ ਪਹਾੜ ਵੇਖਣ ਦੀਆਂ ਆਦੀ ਸਨ। ਪਹਾੜਾਂ ਤੋਂ ਮੇਰੀ ਕਲਪਨਾ ਨੂੰ ਸਹਾਰਾ ਮਿਲਦਾ ਸੀ। ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸਾਂ। ਸ਼ਾਇਦ ਇਸੇ ਪ੍ਰਭਾਵ ਹੇਠ ਜੀਵਨ ਵਿੱਚ ਵੀ ਮੈਨੂੰ ਹਮੇਸ਼ਾ ਕਿਸੇ ਪਹਾੜੇ ਵਰਗੇ ਮਨੁੱਖ ਦਾ ਆਸਰਾ ਟੋਲਣ ਦੀ ਆਦਤ ਰਹੀ ਹੈ। ਆਪਣੇ ਤੋਂ ਪ੍ਰਬਲ ਸ਼ਖਸੀਅਤ ਦੀ ਛਤਰ ਛਾਂ ਹੇਠ ਮੈਂ ਪੁੰਗਰਦਾ ਰਿਹਾ ਹਾਂ। ਪਹਾੜ ਰਹਿਤ ਚੁਗਰਦੇ ਵਿੱਚ ਅਤੇ ਪਰਬਤ ਸਮ ਮਿੱਤਰ ਤੋਂ ਵਾਂਝਿਆਂ ਹੋ ਕੇ ਮੈਂ ਬੜੇ ਨਿਰਬਲ ਮਹਿਸੂਸ ਕਰਦਾ ਹਾਂ। ਮੈਨੂੰ ਇੰਜ ਭਾਸਿਆ ਸੀ ਜਿਵੇਂ ਕੁਦਰਤ ਦੇ ਕਿਸੇ ਅਟੱਲ ਨੇਮ ਦੀ ਉਲੰਘਣਾ ਹੋ ਗਈ ਹੋਵੇ। ਇਸ ਦਾ ਕਾਰਨ ਅੱਜ ਹੋਰ ਵੀ ਸਪਸ਼ਟ ਹੋ ਕੇ ਸਾਹਮਣੇ ਆ ਗਿਆ। ਆਪਣੀ ਬਾਲ ਵਿਰੇਸ ਦੇ ਦੋਵੇਂ ਸ਼ਹਿਰਾਂ ਪਿੰਡੀ ਅਤੇ ਭੇਰੇ
ਵਿੱਚ ਮੇਰੀਆਂ ਅੱਖਾਂ ਨਿੱਤ ਪਹਾੜ ਵੇਖਣ ਦੀਆਂ ਆਦੀ ਸਨ। ਪਹਾੜਾਂ ਤੋਂ ਮੇਰੀ ਕਲਪਨਾ ਨੂੰ ਸਹਾਰਾ ਮਿਲਦਾ ਸੀ। ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸਾਂ। ਸ਼ਾਇਦ ਇਸੇ ਪ੍ਰਭਾਵ ਹੇਠ ਜੀਵਨ ਵਿੱਚ ਵੀ ਮੈਨੂੰ ਹਮੇਸ਼ਾ ਕਿਸੇ ਪਹਾੜ ਵਰਗੇ ਮਨੁੱਖ ਦਾ ਆਸਰਾ ਟੋਲਣ ਦੀ ਆਦਤ ਰਹੀ ਹੈ। ਆਪਣੇ ਤੋਂ ਪ੍ਰਬਲ ਸ਼ਖਸੀਅਤ ਦੀ ਛਤਰ ਛਾਂ ਹੇਠ ਮੈਂ ਪੁੰਗਰਦਾ ਹਾਂ। ਪਹਾੜ ਰਹਿਤ ਚੌਗਿਰਦੇ ਵਿੱਚ ਅਤੇ ਪਰਬਤ ਮਿੱਤਰ ਤੋਂ ਵਾਂਝਿਆ ਹੋ ਕੇ ਮੈਂ ਬੜਾ ਨਿਰਬਲ ਮਹਿਸੂਸ ਕਰਦਾ ਹਾਂ। ਅਚਾਨਕ ਸਿਕੰਦਰ ਨੇ ਕਿਹਾ, बलराज साहब, आप वाकई बड़े शानदार आदमी हैं। इतनी बड़ी हैसियत वाले होकर भी आपको ये अपना छोटा सा पुराना मकान इतना प्यारा लग रहा है। आमतौर से फिल्म स्टार अपने गरीबों के ज़माने को हमेशा बुलाने की कोशिश करते हैं। ਮੈਨੂੰ ਧੱਕਾ ਜਿਹਾ ਵੱਜਾ। ਕੀ ਸਾਡਾ ਘਰ ਵਾਕਈ ਛੋਟਾ ਤੇ ਗਰੀਬੜਾ ਸੀ? ਮੈਂ ਉਹਨੂੰ ਨਿਰਪੱਖ ਨਜ਼ਰ ਨਾਲ ਵੇਖਣ ਦੀ ਕੋਸ਼ਿਸ਼ ਕੀਤੀ। ਸੱਚਮੁੱਚ ਇਤਨਾ ਛੋਟਾ ਸੀ ਕਿ ਉਸ ਤੋਂ ਛੋਟਾ ਮਕਾਨ ਮੈਂ ਸ਼ਾਇਦ ਹੀ ਕਦੇ ਵੇਖਿਆ ਹੋਵੇ। ਸੌਣ ਬਹਿਣ ਲਈ ਇੱਕੋ ਇੱਕ ਤਾਂ ਚੱਜ ਦਾ ਕਮਰਾ ਸੀ ਉਸ ਵਿੱਚ, ਉਹ ਜਿਸ ਦਾ ਫਰਸ਼ ਡਿੱਗ ਚੁੱਕਾ ਸੀ। ਇਸ ਵਿੱਚ ਅਸੀਂ ਕਿਵੇਂ ਸਾਰਾ ਟੱਬਰ ਗੁਜ਼ਾਰਨ ਕਰਦੇ ਹੋਵਾਂਗੇ। ਬੜੀ ਅਨੋਖੀ ਜਿਹੀ ਗੱਲ ਜਾਪਦੀ ਸੀ। ਮੇਰੀ ਪਰਿਵਾਰਕ ਅਣਖ ਨੇ ਮੈਨੂੰ ਟੁੰਬਿਆ। ਗਰੀਬਾਂ ਨਾਲ ਭਾਵੇਂ ਕਿਤਨੀ ਹਮਦਰਦੀ ਹੋਵੇ, ਬੰਦਾ ਆਪਣੀ ਗਰੀਬੀ ਨੂੰ ਘੱਟ ਵੱਧ ਹੀ ਕਬੂਲਦਾ ਹੈ। मैं कहा, ये तो हमारा 100 वर्ष पुराना आबाई मकान है। हमारी मुस्तकबिल रहाइश तो रावलपिंडी में हुआ करती थी। यहाँ तो हम बहुत कम आया करते थे। रावलपिंडी में मेरे वालिद शहर के बड़े रईसों में गिने जाते थे। ਮਕਾਨ ਵੇਖ ਕੇ ਬਾਹਰ ਨਿਕਲੇ ਤਾਂ ਮੈਲੇ ਕੱਪੜਿਆਂ ਵਾਲੇ ਗਰੀਬ ਜਿਹੇ ਮਨੁੱਖਾਂ ਦੀ ਇੱਕ ਭੀੜ ਸਾਨੂੰ ਉਡੀਕ ਰਹੀ ਸੀ। ਮੁਹੱਲੇ ਦੇ ਜਿਹੜੇ ਘਰ ਸਲਾਮਤ ਸਨ, ਉਹ ਹੁਣ ਇਹਨਾਂ ਲੋਕਾਂ ਦੇ ਹੀ ਅਧੀਨ ਸਨ। ਬੋਲੀ ਤੋਂ ਇਹ ਲੋਕ ਮੈਨੂੰ ਕਰਨਾਲ ਜਾਂ ਰੋਹਤਕ ਵੱਲ ਦੇ ਜਾਪੇ। ਸਾਡੀ ਜੁੰਡਲੀ ਦਾ ਮੁਹੱਲੇ ਵਿੱਚ ਇੱਧਰ ਉੱਧਰ ਦਲੰਗੜੇ ਮਾਰਨਾ ਇਹਨਾਂ ਨੂੰ ਚੰਗਾ ਨਹੀਂ ਸੀ ਲੱਗਾ, ਜਿਵੇਂ ਉਹਨਾਂ ਦੀ ਆਪਣੀ ਸੁਰੱਖਿਆ ਲਈ ਕੋਈ ਖਤਰਾ ਪੈਦਾ ਹੋ ਗਿਆ ਹੋਵੇ। ਭਲਾ ਇਹ ਕੌਣ ਭਾਰਤੀ ਹਿੰਦੂ ਸੀ ਜਿਸ ਦੀਆਂ ਇਤਨੀਆਂ ਖਾਤਰਾਂ ਹੋ ਰਹੀਆਂ? ਮੈਨੂੰ ਦਿੱਤਾ ਜਾ ਰਿਹਾ ਪਿਆਰ ਜਿਵੇਂ ਉਹਨਾਂ ਨੂੰ ਦੁਪਿਆਰਾ ਬਣਾ ਰਿਹਾ ਸੀ। ਮੈਨੂੰ ਉਹਨਾਂ ਦੀਆਂ ਅੱਖਾਂ ਵਿੱਚ ਦੁਰਬਲ ਜਿਹਾ ਰੋਹ ਧੁਖਦਾ ਦਿਸਿਆ, ਜੋ ਉਹਨਾਂ ਦੀ ਬੇਚਾਰਗੀ ਨੂੰ ਹੋਰ ਵੀ ਉਗਾੜ ਕੇ ਪੇਸ਼ ਕਰ ਰਿਹਾ ਸੀ। ਇੱਕ ਜਿਹਨੇ ਕੁੱਛੜ 3-4 ਵਰਿਆਂ ਦਾ ਬਾਲ ਚੁੱਕਿਆ ਹੋਇਆ ਸੀ, ਅੱਗੇ ਵੱਧ ਕੇ ਚੀਕਵੀਂ ਆਵਾਜ਼ ਨਾਲ ਬੋਲਿਆ, ਕਿਆ ਦੁਖੜੇ रो रहे हो इस 2 कौड़ी के मकान की? जो कुछ हम पीछे छोड़कर आए हैं, जो हम पर गुजरी है और गुजर रही है, उसका भी कुछ दर्द है किसी को? ਉਸ ਦੀ ਦੇਖਾ ਦੇਖੀ ਹੋਰ ਬੰਦਿਆਂ ਨੇ ਵੀ ਅੱਗੇ ਵੱਧ ਕੇ ਬੋਲਣਾ ਸ਼ੁਰੂ ਕਰ ਦਿੱਤਾ। ਮੇਰੇ ਸਾਥੀਆਂ ਨੇ ਝੱਟ ਉਹਨਾਂ ਨੂੰ ਡਾਂਟ ਕੇ ਪਿੱਛੇ ਹਟਾ ਦਿੱਤਾ, ਪਰ ਇੰਝ ਕਰਦਿਆਂ ਮੈਨੂੰ ਜਾਪਿਆ ਉਹ ਮੇਰੇ ਨਹੀਂ ਸਨ ਰਹੇ, ਉਹਨਾਂ ਦੇ ਹੋ ਗਏ ਸਨ ਅਤੇ ਮੈਂ ਇਕੱਲੇ ਮਕੱਲੇ ਪਰਦੇਸੀ ਦੇ ਰੂਪ ਵਿੱਚ ਰਹਿ ਗਿਆ ਸਾਂ। ਬਾਹਰੋਂ ਆਏ ਮਹਿਮਾਨ ਨੂੰ ਪਰੇਸ਼ਾਨ ਕਰਨਾ ਖਿਲਾਫ ਤਹਿਜ਼ੀਬ ਸੀ। ਉਹ ਸਿਰਫ ਇਸ ਕਾਰਨ ਉਹਨਾਂ ਨੂੰ ਚੁੱਪ ਕਰਾ ਰਹੇ ਸਨ, ਭਾਵੇਂ ਅੰਦਰੋਂ ਉਹਨਾਂ ਦੇ ਜਜ਼ਬੇ ਕੁਝ ਹੋਰ ਹੀ ਹੋਣ। ਪਰ ਉਸ ਵੇਲੇ ਮੇਰੇ ਕੋਲ ਮਹਿਮਾਨ ਬਣ ਕੇ ਨਾ ਰਿਹਾ ਗਿਆ। ਮੈਂ ਅੱਗੇ ਵੱਧ ਕੇ ਉਸ ਆਦਮੀ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਿਆ ਜੋ ਪਹਿਲਾਂ ਬੋਲਿਆ ਸੀ। भैया, मैं कहा, यकीन मानो मैं तुम्हारा दिल दुखाने नहीं आया। मैं तुम्हारा दुख अच्छी तरह समझ सकता हूँ। मैं यहाँ कौन सा रोए रोज़ आऊँगा। अगर अनजाने में मुझसे कोई गलती हो गई तो मुझे माफ़ कर दो। ਮੈਂ ਉਹਦੀ ਬੱਚੀ ਨੂੰ ਉਸਦੇ ਮੋਢਿਓਂ ਖਿੱਚ ਕੇ ਆਪ ਚੁੱਕ ਲਿਆ, ਪਿਆਰ ਨਾਲ ਉਸ ਦਾ ਮੂੰਹ ਚੁੰਮਿਆ ਅਤੇ 5 ਦਾ ਨੋਟ ਉਸ ਦੀ ਤਲੀ 'ਤੇ ਧਰਿਆ ਅਤੇ ਫਿਰ ਅਸੀਂ ਉੱਥੋਂ ਰੁਖਸਤ ਹੋ ਗਏ। ਰਾਹ ਟੁਰਦੇ ਮੈਂ ਸੋਚ ਰਿਹਾ, ਆਪਣੇ ਪੁਰਾਣੇ ਮਕਾਨ ਨੂੰ ਵੇਖ ਕੇ ਮੈਨੂੰ ਤਾਂ ਅਚਰਜ ਆਨੰਦ ਮਿਲਿਆ, ਪਰ ਜਿਹੜਾ ਬੰਦਾ ਉਸ ਵਿੱਚ ਅੱਜ ਕੱਲ੍ਹ ਟਿਕਿਆ ਹੋਇਆ ਹੈ, ਉਹਨੂੰ ਇਹ ਮਕਾਨ ਕੀ ਸੁੱਖ ਪਹੁੰਚਾ ਸਕਦਾ ਹੈ? ਉਹਦੇ ਪਰਿਵਾਰ ਨੂੰ ਤਾਂ ਉਸ ਕੋਲੋਂ ਹਰਦਮ ਜਾਣ ਦਾ ਖਤਰਾ ਹੀ ਹੈ ਨਾ ਉਸ ਆਦਮੀ ਕੋਲ ਇਹਨੂੰ ਮੁਰੰਮਤ ਕਰਾਉਣ ਦੀ ਤੌਫੀਕ ਹੈ ਅਤੇ ਨਾ ਛੱਡ ਕੇ ਕਿਤੇ ਜਾਣ ਦੀ। ਕੇਵਲ ਸਾਡੇ ਮਕਾਨ ਦਾ ਨਹੀਂ, ਸਾਨੀਆਂ ਦੇ ਮੁਹੱਲੇ ਦੇ ਰਹਿੰਦੇ ਖੂੰਹਦੇ ਸਾਰੇ ਮਕਾਨਾਂ ਦਾ ਵੀ ਲਗਭਗ ਇਹੋ ਹਾਲ ਸੀ। ਉੱਚੇ ਦਰਜੇ ਦੇ ਲੋਕਾਂ ਨੂੰ ਇੱਧਰ ਉੱਧਰ ਗਸ਼ਤ ਕਰਦਿਆਂ ਵੇਖ ਕੇ ਸ਼ਾਇਦ ਉਹਨਾਂ ਗਰੀਬਾਂ ਨੂੰ ਅਨੁਮਾਨ ਹੋਇਆ ਹੋਵੇ ਕਿ ਵੱਡਾ ਅਫਸਰ ਹਾਲਾਤ ਦਾ ਮੁਤਾਲਿਆ ਕਰਨ ਆਇਆ ਹੈ ਅਤੇ ਉਹਨਾਂ ਦੀ ਕੂਕ ਫਰਿਆਦ ਸੁਣੇਗਾ। ਇਤਨੀ ਵੱਡੀ ਸੰਖਿਆ ਵਿੱਚ ਉਹਨਾਂ ਦਾ ਸਿਖਰ ਦਿਹਾੜ ਵੇਲੇ ਜਮ੍ਹਾਂ ਹੋ ਜਾਣਾ ਉਹਨਾਂ ਦੀ ਬੇਰੁਜ਼ਗਾਰੀ ਦਾ ਸੂਚਕ ਨਹੀਂ ਸੀ। ਇਹ ਵੀ ਸਾਫ਼ ਪਿਆ ਦਿਸਦਾ ਸੀ ਕਿ ਵੱਖਰੀ ਬੋਲੀ ਅਤੇ ਕਿਰਦਾਰ ਕਾਰਨ ਉਹ ਹਾਲੀ ਵੀ ਸਥਾਨਕ ਲੋਕਾਂ ਨਾਲ ਇੱਕ ਮਿੱਕ ਨਹੀਂ ਸਨ ਹੋ ਸਕੇ। ਕੋਹਲੀ ਦੇ ਮੁਹੱਲੇ ਮੇਰੀ ਭੂਆ ਦਾ ਘਰ ਸੀ।
ਬੱਸਾਂ ਦੇ ਅੱਡੇ 'ਤੇ ਵਾਪਸ ਜਾਣ ਲਈ ਅਸਾਂ ਉਸੇ ਪਾਸੇ ਲੰਘਣਾ ਸੀ। ਭੂਆ ਦਾ ਘਰ ਵੇਖਣ ਨੂੰ ਵੀ ਮੇਰਾ ਜੀਅ ਲਲਚਾ ਪਿਆ। ਉਹ ਪਾਸਾ ਕੁਝ ਬਿਹਤਰ ਹਾਲਤ ਵਿੱਚ ਸੀ। ਜਿਸ ਗਲੀ ਤੇ ਬਾਜ਼ਾਰ ਵਿੱਚੋਂ ਲੰਘਦਾ ਉਹ ਚੱਪਾ ਚੱਪਾ ਮੈਂ ਸਿਹਾਣ ਜਾਂਦਾ ਸਾਂ। ਕੁਝ ਵੀ ਨਹੀਂ ਸੀ ਬਦਲਿਆ। ਇੱਥੇ ਜ਼ਿੰਦਗੀ ਬਿਲਕੁਲ ਉਸੇ ਢੰਗ ਤੇ ਰਫ਼ਤਾਰ ਨਾਲ ਟੁਰਦੀ ਜਾਪਦੀ ਸੀ ਜਿਵੇਂ ਅੱਜ ਤੋਂ ਅੱਧੀ ਸਦੀ ਪਹਿਲਾਂ। ਜੇ ਕੋਈ ਤਬਦੀਲੀ ਨਜ਼ਰ ਆਈ ਸੀ ਤਾਂ ਉਹ ਸਨ ਡਿੱਗੇ ਹੋਏ ਮਕਾਨ। ਕਿਸੇ ਨੇ ਦੱਸਿਆ, ਇਹਦਾ ਕਾਰਨ ਜੇਹਲਮ ਦਰਿਆ ਦਾ ਸ਼ਹਿਰ ਦੇ ਬਿਲਕੁਲ ਨੇੜੇ ਆ ਜਾਣਾ ਹੈ। ਪਰ ਕੇਵਲ ਇਹੋ ਕਾਰਨ ਨਹੀਂ ਸੀ ਹੋ ਸਕਦਾ। ਡਿੱਗਣ ਵਾਲੇ ਮਕਾਨਾਂ ਵਿੱਚੋਂ ਬਹੁਤ ਸੰਖਿਆ ਅਤ ਪੁਰਾਣੇ ਛੋਟੀਆਂ ਇੱਟਾਂ ਵਾਲੇ ਮਕਾਨਾਂ ਦੀ ਸੀ, ਜਿਨ੍ਹਾਂ ਦੇ ਦਰਵਾਜ਼ਿਆਂ ਤੇ ਛੱਜਿਆਂ ਉੱਪਰ ਕੀਤੀ ਗਈ ਚੌਬਦਾਰੀ ਦਾ ਕੰਮ ਆਪਣੀ ਸੁੰਦਰਤਾ ਲਈ ਸੰਸਾਰ ਭਰ ਵਿੱਚ ਮਸ਼ਹੂਰ ਹੈ ਅਤੇ ਜਿਸ ਦੇ ਨਮੂਨੇ ਲਾਹੌਰ ਦੇ ਅਜਾਇਬ ਘਰ ਵਿੱਚ ਵੀ ਰੱਖੇ ਗਏ ਹਨ। ਕਿਤੇ ਕਿਤੇ ਅਜਿਹਾ ਦਰਵਾਜ਼ਾ ਹੁਣ ਵੀ ਨਜ਼ਰ ਆ ਜਾਂਦਾ ਅਤੇ ਵੇਖ ਕੇ ਬੜੀ ਖੁਸ਼ੀ ਹੁੰਦੀ। ਮੇਰਾ ਅਨੁਮਾਨ ਹੈ ਕਿ ਵੰਡ ਤੋਂ ਬਾਅਦ ਜਦੋਂ ਮਕਾਨ ਨਵੇਂ ਸਿਰੋਂ ਅਲਾਟ ਕੀਤੇ ਗਏ ਹੋਣਗੇ ਤਾਂ ਪੈਸੇ ਵਾਲਿਆਂ ਨੇ ਉਹਨਾਂ ਨੂੰ ਢਾਹ ਕੇ ਨਵੇਂ ਮਕਾਨ ਬਣਾਉਣ ਦਾ ਇਰਾਦਾ ਕੀਤਾ ਹੋਵੇਗਾ, ਜੋ ਸ਼ਾਇਦ ਕਾਰ ਵਿਹਾਰ ਦੇ ਸਾਧਨ ਉਮੀਦ ਮੁਜਬ ਉਸਰਦੇ ਨਾ ਵੇਖ ਕੇ ਮੁਲਤਵੀ ਕਰ ਦਿੱਤਾ ਅਤੇ ਜਿਨ੍ਹਾਂ ਕੋਲ ਪੈਸਾ ਨਹੀਂ ਸੀ ਉਹਨਾਂ ਨੇ ਮਕਾਨਾਂ ਨੂੰ ਤੇ ਆਪਣੇ ਆਪ ਨੂੰ ਵੀ ਰੱਬ ਆਸਰੇ ਛੱਡ ਦਿੱਤਾ ਹੋਵੇਗਾ। ਕਿਤਨਾ ਚੰਗਾ ਹੁੰਦਾ ਜੇ ਭੇਰੇ ਜਿਹੇ ਧੁਰ ਕਦੀਮ ਇਤਿਹਾਸਕ ਸ਼ਹਿਰ ਦੀ ਹਕੂਮਤ ਨੇ ਆਪ ਬਹੁਤ ਕੁਝ ਸਾਰ ਲਈ ਹੁੰਦੀ। ਇੱਥੇ ਬਹੁਤ ਕੁਝ ਸੰਭਾਲ ਕੇ ਰੱਖਣ ਜੋਗਾ ਸੀ। ਯੂਰਪ ਵਿੱਚ ਪੁਰਾਣੇ ਸ਼ਹਿਰਾਂ ਦੀ ਬੜੀ ਕਦਰ ਕੀਤੀ ਜਾਂਦੀ ਹੈ, ਪਰ ਇਹ ਗੁਣ ਅਸਾਂ ਲੋਕਾਂ ਹਾਲੀ ਨਹੀਂ ਸਿੱਖਿਆ। ਬਾਜ਼ਾਰ ਵਿੱਚੋਂ ਕੋਲੀਆਂ ਦੇ ਮੁਹੱਲੇ ਦੀ ਗਲੀ ਵਿੱਚ ਵੜਦਿਆਂ ਮੇਰੀ ਭੂਆ ਦਾ ਸੱਜੇ ਪਾਸੇ ਪਹਿਲਾ ਘਰ ਸੀ। ਇਹ ਗੱਲ ਮੈਨੂੰ ਪੱਕੀ ਯਾਦ ਸੀ। ਮਕਾਨ ਦੀ ਸ਼ਕਲ ਸੂਰਤ ਮੈਂ ਨਾ ਪਛਾਣ ਸਕਿਆ, ਪਰ ਯਕੀਨ ਸੀ ਕਿ ਮਕਾਨ ਇਹੋ ਹੈ। ਜਦੋਂ ਮੇਰੇ ਸਾਥੀਆਂ ਨੇ ਘਰ ਵਾਲਿਆਂ ਤੋਂ ਅੰਦਰ ਪ੍ਰਵੇਸ਼ ਕਰਨ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਆਖਿਆ, ਕੋਈ ਨਿਸ਼ਾਨੀ ਦੱਸੋ, ਜੇ ਠੀਕ ਨਿਕਲੀ ਤਾਂ ਅਸੀਂ ਤੁਹਾਨੂੰ ਇਜਾਜ਼ਤ ਦੇ ਦਿਆਂਗੇ। ਅਜੇ ਉਹਨਾਂ ਗੱਲ ਪੂਰੀ ਵੀ ਨਹੀਂ ਸੀ ਕੀਤੀ, ਮੈਂ ਧੜੱਲੇ ਨਾਲ ਬੋਲ ਉੱਠਿਆ, ਅੰਦਰ ਕਿਤੇ ਲਾਲ ਪੀਲੇ ਨੀਲੇ ਰੰਗ ਦੇ ਸ਼ੀਸ਼ੇ ਲੱਗੇ ਹੋਏ ਹਨ। ਪੇਰੇ ਪੁੱਜ ਕੇ ਮੇਰੇ ਅੰਦਰ ਦਾ ਜਿਹੜਾ 8 ਵਰ੍ਹਿਆਂ ਦਾ ਬਾਲ ਜਾਗ ਪਿਆ ਸੀ, ਉਹ ਫਿਰ ਕੂਕਿਆ ਸੀ। ਘਰ ਵਾਲਿਆਂ ਦਾ ਇੱਕ ਬੰਦਾ ਝੱਟ ਦਾ ਝੱਟ ਅੰਦਰ ਗਿਆ ਤੇ ਫਿਰ ਬਾਹਰ ਆ ਕੇ ਕਹਿਣ ਲੱਗਾ, ਆ ਜਾਓ, ਬੜੀ ਖੁਸ਼ੀ ਨਾਲ ਤੁਸੀਂ ਮਕਾਨ ਵੇਖ ਸਕਦੇ ਹੋ। ਉੱਪਰ ਵਾਲੀ ਮੰਜ਼ਲ ਦੇ ਕਮਰੇ ਵਿੱਚ ਬਾਰੀਆਂ ਨੂੰ ਸੱਚਮੁੱਚ ਰੰਗੀਨ ਸ਼ੀਸ਼ੇ ਲੱਗੇ ਹੋਏ ਸਨ। ਇਹਨਾਂ ਨੂੰ ਵੇਖ ਕੇ ਮੇਰੇ ਸਾਥੀਆਂ ਨੇ ਤਾਂ ਹੈਰਾਨ ਹੋਣਾ ਸੀ, ਮੈਂ ਆਪ ਵੀ ਆਪਣੀ ਯਾਦ ਸ਼ਕਤੀ ਦੀ ਕਰਾਮਾਤ 'ਤੇ ਹੱਕਾ ਬੱਕਾ ਰਹਿ ਗਿਆ। ਅਚਾਨਕ ਮੈਨੂੰ ਵੀ ਇਹ ਸਮਝ ਆ ਗਈ ਕਿਵੇਂ ਸ਼ੀਸ਼ੇ ਮੇਰੀ ਯਾਦ ਵਿੱਚ ਉਕਰੇ ਹੋਣਗੇ। ਇੱਕ ਵਾਰੀ ਪਿਤਾ ਜੀ ਕਿਸੇ ਵਿਆਹ ਉੱਤੇ ਮੈਨੂੰ ਆਪਣੇ ਨਾਲ ਪਿੰਡੀਓਂ ਭੇਰੇ ਲੈ ਗਏ ਸਨ। ਉੱਥੇ ਜਾ ਕੇ ਮੈਂ ਬਿਮਾਰ ਹੋ ਗਿਆ ਸਾਂ ਅਤੇ ਮੈਨੂੰ ਭੂਆ ਦੇ ਘਰ ਰੱਖਿਆ ਗਿਆ ਸੀ। ਉਸ ਵੇਲੇ ਮੇਰੀ ਉਮਰ ਕੋਈ 6 ਵਰ੍ਹਿਆਂ ਦੀ ਸੀ। ਮੇਰੀ ਮੰਜੀ ਦੇ ਨਾਲ ਕਰਕੇ ਮੇਰੀ ਫਫੇਰ ਭੈਣ ਦੀ ਮੰਜੀ ਸੀ, ਜੋ ਮੇਰੇ ਕੋਲੋਂ 6-7 ਸਾਲ ਵੱਡੀ ਸੀ। ਉਹ ਵੀ ਬਿਮਾਰ ਸੀ। ਸਵੇਰ ਵੇਲੇ ਨੌਕਰ ਦੋਹਾਂ ਲਈ ਦੁੱਧ ਦੇ ਗਲਾਸ ਲੈ ਆਉਂਦਾ। ਮੈਂ ਗਟਾਗਟ ਪੀ ਜਾਂਦਾ, ਪਰ ਉਹ ਆਪਣਾ ਗਲਾਸ ਹੱਥ ਵਿੱਚ ਫੜ ਕੇ ਤੇ ਅੱਖਾਂ ਢੱਡ ਕੇ ਬੜਾ ਚਿਰ ਮੇਰੇ ਵੱਲ ਵੇਖਦੀ ਰਹਿੰਦੀ ਸੀ। ਉਸ ਨੂੰ ਦੁੱਧ ਤੋਂ ਨਫ਼ਰਤ ਸੀ ਅਤੇ ਉਹ ਹੈਰਾਨ ਹੁੰਦੀ ਕਿ ਮੈਂ ਕਿਵੇਂ ਇੰਨੇ ਸੌਖ ਨਾਲ ਇਹ ਪੀ ਲੈਂਦਾ ਹਾਂ। ਕਾਫੀ ਸਾਰਾ ਚਿਰ ਮੇਰੇ ਵੱਲ ਘੂਰ ਕੇ ਫਿਰ ਉਹ ਬਾਰੀ ਵਿੱਚੋਂ ਆਪਣੇ ਗਲਾਸ ਨੂੰ ਬਾਹਰ ਡੋਲ ਛੱਡਦੀ। ਉਹ ਇਹੋ ਸ਼ੀਸ਼ਿਆਂ ਵਾਲੀ ਬਾਰੀ ਸੀ। ਹੋਰ ਕਈ ਯਾਦਾਂ ਉੱਭਰਦੀਆਂ। ਭੂਆ ਮੈਨੂੰ ਕਿਤਨਾ ਪਿਆਰ ਕਰਦੀ ਸੀ। ਸਾਰੇ ਘਰ ਵਿੱਚ ਇੱਕੋ ਉਹ ਮੈਨੂੰ ਬਲੀ ਬੁਲਾਉਂਦੀ ਸੀ। ਉਹਦਾ ਆਪਣਾ ਕਮਰਾ ਕਿਸ਼ਮਿਸ਼, ਬਦਾਮ, ਮਿਸ਼ਰੀ, ਲਾਚੀ ਆਦਿ ਦੀਆਂ ਚੰਗੇਰਾਂ ਨਾਲ ਹਮੇਸ਼ਾ ਭਰਿਆ ਰਹਿੰਦਾ ਸੀ ਅਤੇ ਉਸ ਦੇ ਹੱਥੋਂ ਜੋ ਸਵਾਦ ਸੀ ਖਾਣ ਦਾ, ਉਹ ਆਪਣੀ ਮਾਂ ਦੇ ਹੱਥੋਂ ਵੀ ਨਹੀਂ ਸੀ। ਉਹਨੂੰ ਕੱਪੜਿਆਂ ਦਾ ਵੀ ਬੜਾ ਸ਼ੌਕ ਸੀ। ਜਦੋਂ ਸਕੂਲੇ ਮੈਂ ਅਲੀ ਬਾਬਾ ਦੀ ਖੁੱਲ ਸਮਸਮ ਵਾਲੀ ਗਾਰ ਬਾਰੇ ਪੜ੍ਹਦਾ ਤਾਂ ਫੌਰਨ ਮੈਨੂੰ ਆਪਣੀ ਭੂਆ ਦਾ ਇਹ ਜਗਮਗ ਕਰਦਾ ਕਮਰਾ ਚਿੱਤੇ ਆ ਜਾਂਦਾ ਸੀ। ਮੇਰੀ ਭੂਆ ਦੀ ਸਭ ਤੋਂ ਛੋਟੀ ਧੀ ਉਸ ਵੇਲੇ 1.5-2 ਸਾਲ ਦੀ ਸੀ। ਉਸ ਦਾ ਨਵਾਂ ਮੁੰਡਨ ਹੋਇਆ ਸੀ, ਇਸ ਲਈ ਹਰ ਵੇਲੇ ਸਿਰ ਉੱਤੇ ਰੇਸ਼ਮ ਦਾ ਰੰਗੀਨ ਰੁਮਾਲ ਬੰਨੀ ਰੌਲਾ ਪਾਈ ਫਿਰਦੀ ਸੀ, ਨਹੀਂ ਦੇਣੀ ਸਰਕਾਰ, ਪਰਚੀ ਨਹੀਂ ਦੇਣੀ। ਵਡੇਰੇ ਬੰਦ ਘਰ ਵਿੱਚ ਵੜਦਿਆਂ ਹੀ ਹੁਕਰਾ ਮਾਰ ਕੇ ਪੁੱਛਦੇ, ਤੁਸੀਂ ਪਰਚੀ ਦੇਣੀ ਹੈ ਕਿ ਨਹੀਂ? ਉਹ ਜਿੱਥੇ ਵੀ ਹੁੰਦੀ ਚੀਕ ਪੈਂਦੀ, ਨਹੀਂ, ਤੇ ਸਾਰੇ ਘਰ 'ਚ ਹਾਸਾ ਮੱਚ ਪੈਂਦਾ। ਸ਼ਾਇਦ ਇਹ ਰੋਲ ਟੈਕਟ ਦਾ ਜ਼ਮਾਨਾ ਸੀ। ਜਦੋਂ ਬਾਹਰ ਆ ਕੇ ਮੈਂ ਮਕਾਨ ਦੀ ਫੋਟੋ ਲੈਣ ਲੱਗਾ ਤਾਂ ਇੱਕ ਬੁੱਢੀ ਜਿਹੀ ਤੀਵੀਂ ਮੇਰੀ ਬਾਂਹ ਫੜ ਕੇ ਆਖਣ ਲੱਗੀ, ਵੇ ਚਰਨਜੀਤ ਲਾਲ ਦਾ ਮਕਾਨ ਵੇਖ ਲਿਆਈ ਤਾਂ ਸ਼ਿਵ ਰਾਮ ਦਾ ਨਹੀਂ ਵੇਖਣਾ। ਝੱਟ ਮੇਰਾ ਫਿਰ ਰੋਣ ਨਿਕਲ ਗਿਆ।
ਇਹ ਬੁੱਢੜੀ ਸਾਡੇ ਸ਼ਰੀਕੇ ਵਿੱਚੋਂ ਹੀ ਕਿਤੋਂ ਉੱਠ ਕੇ ਆ ਗਈ ਜਾਪਦੀ ਸੀ। ਕੋਈ ਮੇਰੇ ਪਿੰਡੇ ਵਿੱਚ ਨਸ਼ਤਰ ਚੋਭ ਦਿੰਦਾ ਤਾਂ ਮੈਨੂੰ ਯਕੀਨ ਨਹੀਂ ਸੀ ਆਉਣਾ ਕਿ ਉਹ ਮੇਰੇ ਲਈ ਗੈਰ ਹੈ। ਇੱਥੇ ਵੀ ਹੁਣ ਕਾਫੀ ਭੀੜ ਜਮ੍ਹਾਂ ਹੋ ਗਈ ਸੀ। ਥੜੇ ਉੱਪਰ ਮੈਂ ਉਸ ਕੋਲ ਬਹਿ ਗਿਆ। ਮੇਰੀ ਭੂਆ ਨੂੰ ਯਾਦ ਕਰਕੇ ਉਹ ਵੀ ਪਈ ਰੋਈ ਜਾਵੇ ਤੇ ਮੈਂ ਵੀ। ਮੇਰੇ ਫੁੱਫੜ ਦੇ ਛੋਟੇ ਵੀਰ ਸ਼ਿਵਰਾਮ ਹੋਰਾਂ ਦਾ ਮਕਾਨ ਪਿੱਛੋਂ ਬਣਿਆ ਸੀ, ਇਸੇ ਲਈ ਮੈਨੂੰ ਨਹੀਂ ਸੀ ਯਾਦ। ਉਸ ਵੇਲੇ ਇਸ ਘਰ ਦੇ ਆਸ-ਪਾਸ ਕਾਫੀ ਖੁੱਲ੍ਹੀ ਜ਼ਮੀਨ ਸੀ, ਜਿੱਥੇ ਬਲੋਚਾਂ ਦਾ ਡੇਰਾ ਸੀ। ਸਾਡੇ ਆਪਣੇ ਘਰ ਵਾਂਗ ਮੇਰੀ ਭੂਆ ਦਾ ਮਕਾਨ ਵੀ ਕਿਸੇ ਮੁਹਾਜਰ ਨੇ ਮੱਲਿਆ ਹੋਇਆ ਸੀ। ਜਦੋਂ ਮੈਂ ਬੁੱਢੜੀ ਨਾਲ ਬੈਠਾ ਬੀਤੇ ਦੇ ਸੁੱਖ ਵਿੱਚ ਗਲਤਾਨ ਸਾਂ, ਉਹਨੇ ਅੱਗੇ ਵੱਧ ਕੇ ਹੋਰ ਤਰ੍ਹਾਂ ਦੇ ਕਿੱਸੇ ਛੇੜ ਦਿੱਤੇ। ਉਹਨੂੰ ਸ਼ੱਕ ਸੀ ਕਿ ਨਾਲ ਲੱਗਦਾ ਮਕਾਨ ਵੀ, ਜਿਸ ਦਾ ਬਾਹਰਲਾ ਬੂਹਾ ਸੜਕ 'ਤੇ ਖੁੱਲ੍ਹਦਾ ਸੀ, ਇਸੇ ਮਕਾਨ ਦਾ ਭਾਗ ਹੀ ਹੈ। ਉਹ ਸ਼ਾਇਦ ਉਹਨੂੰ ਵੀ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ। ਉਹ ਤਰਲੇ ਕਰਨ ਲੱਗ ਪਿਆ, ਮੈਂ ਉਹਨੂੰ ਲਿਖ ਕੇ ਦੇ ਦਿਆਂ ਕਿ ਦੋਵੇਂ ਮਕਾਨ ਮੇਰੇ ਫੁੱਫੜ ਜੀ ਦੀ ਮਲਕੀਅਤ ਸਨ, ਪਰ ਮੇਰੀ ਯਾਦ ਅਨੁਸਾਰ ਇਹ ਗੱਲ ਗਲਤ ਸੀ। ਇਸ ਲਈ ਮੈਂ ਲਿਖ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਉੱਤੇ ਉਹ ਬਹੁਤ ਖਫਾ ਹੋਇਆ। ਭਾਵੇਂ ਮੈਂ ਉਸ ਉੱਪਰ ਕਿਤੇ ਜ਼ਿਆਦਾ ਖਫਾ ਸਾਂ। ਉਹ ਮੇਰੇ ਸੁਪਨਿਆਂ ਨੂੰ ਨੌਂਦਰਾ ਮਾਰ ਰਿਹਾ ਸੀ। ਬੱਸ ਵਿੱਚ ਬੈਠ ਕੇ ਅਸੀਂ ਮੁੜ ਸਰਗੋਦੇ ਵਾਲੀ ਸੜਕ 'ਤੇ ਪੈ ਗਏ। ਕੁੱਲ 3 ਘੰਟੇ ਭੇਰੇ ਵਿੱਚ ਗੁਜ਼ਾਰੇ ਸਨ, ਪਰ ਮੈਂ ਆਪਣੇ ਆਪ ਨੂੰ ਇਤਨਾ ਮਾਲਦਾਰ ਮਹਿਸੂਸ ਪਿਆ ਕਰਦਾ ਸਾਂ, ਜਿਵੇਂ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ ਮੈਨੂੰ ਮਿਲ ਗਿਆ ਹੋਵੇ। ਸੜਕ ਦੇ ਕੰਢੇ ਕੋਈ ਬਜ਼ੁਰਗ ਬੈਠਾ ਦਿਸਦਾ ਮੈਨੂੰ ਪਿਤਾ ਸਮਾਨ ਜਾਪਦਾ। ਕਿਸੇ ਘਰ ਦੀ ਤਾਕੀ ਵਿੱਚੋਂ ਕੋਈ ਤੀਵੀਂ ਝਾਕਦੀ ਮੈਨੂੰ ਆਪਣੀਆਂ ਧੀਆਂ ਭੈਣਾਂ ਵਾਂਗ ਜਾਪਦੀ। ਇਸ ਤੋਂ ਵੱਡਾ ਸਰਾਪ ਕੀ ਹੋ ਸਕਦਾ ਸੀ ਕਿ ਮੈਂ ਆਪਣੇ ਪੁਰਖਿਆਂ ਦੀ ਧਰਤ ਦੀ, ਜਿਸ ਨਾਲ ਮੇਰਾ ਹੱਡ ਮਾਸ ਬੱਝਿਆ ਹੋਇਆ ਹੈ, ਕੋਈ ਸੇਵਾ ਨਹੀਂ ਕਰ ਸਕਿਆ। ਉੱਥੋਂ ਦੇ ਲੋਕਾਂ ਦੇ ਕਿਸੇ ਕੰਮ ਨਹੀਂ ਆ ਸਕਿਆ। ਕਿਸਮਤ ਇਸ ਤੋਂ ਵੱਡਾ ਸਰਾਪ ਕੀ ਦੇ ਸਕਦੀ ਹੈ। ਪਰ 40 ਵਰ੍ਹਿਆਂ ਬਾਅਦ ਇੱਥੇ ਮੈਂ ਮੁੜ ਕੇ ਆਇਆ ਤਾਂ ਸਹੀ। ਆਪਣੀ ਧਰਤ ਅਤੇ ਉਹਦੇ ਜਾਇਆਂ ਨੂੰ ਵੇਖਿਆ ਤੇ ਪਛਾਣਿਆ ਤਾਂ ਸਹੀ। ਉਹ ਵੀ ਤਾਂ ਹਨ ਜਿਨ੍ਹਾਂ ਨੂੰ ਹਾਲੇ ਵੀ ਆਪਣੇ ਪਿੰਡ ਤੋਂ, ਆਪਣੇ ਹਮਸਾਇਆਂ ਤੋਂ, ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਨਫ਼ਰਤ ਹੈ, ਜੋ ਆਪਣੇ ਆਪ ਨੂੰ ਪੰਜਾਬੀ ਮੰਨਣੋਂ ਵੀ ਸੰਗਦੇ ਹਨ। ਘੱਟੋ ਘੱਟ ਉਹਨਾਂ ਜਿਹਾ ਮੂਰਖ ਤਾਂ ਮੈਂ ਨਹੀਂ ਹਾਂ ਨਾ। ਚਲੋ, ਇਹ ਵੀ ਗਨੀਮਤ ਹੈ। ਸਰਗੋਦੇ ਵਾਪਸ ਪੁੱਜ ਕੇ ਵੀ ਇੰਜ ਭਾਸਦਾ ਰਿਹਾ ਜਿਵੇਂ ਇਤਨਾ ਆਨੰਦਮਈ ਦਿਨ ਸੰਸਾਰ ਉੱਪਰ ਕਦੇ ਨਹੀਂ ਚੜ੍ਹਿਆ। ਤਾਰ ਘਰ ਵਿੱਚ ਜਾ ਕੇ ਆਪਣੀ ਮਾਂ ਨੂੰ ਇੱਕ ਲੰਮੀ ਸਾਰੀ ਤਾਰ ਭੇਜੀ। ਰਾਤੀ ਜਦੋਂ ਮੋਹਨ ਲਾਲ ਸਾਹਨੀ ਜੀ ਦੇ ਪਰਿਵਾਰ ਨਾਲ ਬੈਠ ਕੇ ਰੋਟੀ ਖਾ ਰਿਹਾ ਸਾਂ, ਤਾਂ ਉਹ ਕਹਿਣ ਲੱਗੇ, ਬਲਰਾਜ, ਅੱਜ ਤਾਂ ਬੜੀ ਪੱਕੀ ਭਰੋਚੀ ਬੋਲੀ ਪਿਆ ਬੋਲਣਾ। ਏਡੀ ਜਲਦੀ ਕੀਕਣ ਸਿੱਖ ਆਇਆ। 17 ਅਕਤੂਬਰ 1962। ਸਵੇਰੇ 7 ਵਜੇ ਸਰਗੋਦਿਓਂ ਲਾਲੇ ਮੂਸੇ ਜਾਣ ਵਾਲੀ ਗੱਡੀ ਵਿੱਚ ਸਵਾਰ ਹੋ ਗਿਆ। ਕੱਲ੍ਹ ਵਾਲੀ ਪ੍ਰਫੁੱਲਤਾ ਮਨ ਵਿੱਚੋਂ ਉਸੇ ਤੇਜ਼ੀ ਨਾਲ ਅਲੋਪ ਹੋ ਚੁੱਕੀ ਸੀ, ਜਿਸ ਤੇਜ਼ੀ ਨਾਲ ਆਈ ਸੀ। ਜਿਉਂ-ਜਿਉਂ ਗੱਡੀ ਫੱਪ-ਫੱਪ ਕਰਦੀ ਅੱਗੇ ਵੱਲ ਟੁਰੀ ਜਾਂਦੀ, ਭੇਰਾ ਗੁਆਚਣ ਦਾ ਦੁੱਖ ਤਪੀ ਹੋਈ ਸਲਾਖ ਵਾਂਗ ਮੇਰੇ ਕਲੇਜੇ ਅੰਦਰ ਧਸੀ ਜਾਂਦਾ। 40 ਸਾਲਾਂ ਬਾਅਦ ਜਿਸ ਧਰਤ ਨੂੰ ਕੇਵਲ 3 ਘੰਟਿਆਂ ਲਈ ਵੇਖ ਕੇ ਇਤਨਾ ਰੀਝਿਆ ਸਾਂ, ਹੁਣ ਫੇਰ ਤੇ ਸ਼ਾਇਦ ਹਮੇਸ਼ ਲਈ ਮੈਥੋਂ ਦੂਰ ਹੁੰਦੀ ਜਾ ਰਹੀ ਸੀ।